ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਅੱਜ ਲੋੜ ਹੈ ਕਿ ਅਸੀਂ ਸੈਲਫ ਡਿਫੈਂਸ ਕਰ ਸਕੀਏ। ਸਾਡੇ ਇਤਿਹਾਸ ਦੇ ਵਿੱਚ ਸ਼ਸਤਰ ਨੇ, ਸਾਡੇ ਇਤਿਹਾਸ ਦੇ ਵਿੱਚ ਸੈਲਫ ਡਿਫੈਂਸ ਹੈ। ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦੀ ਦਾਤ ਬਖਸ਼ੀ ਹੈ। ਅਜਿਹੇ ਵਿੱਚ ਅੱਜ ਇੱਕ ਸੰਦੇਸ਼ ਆਉਂਦਾ ਹੈ ਘੱਲੂਘਾਰਾ ਦਿਵਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਨੂੰ ਇਹ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਜ਼ਰੂਰੀ ਹੈ। ਸਾਨੂੰ ਇਹਨਾਂ ਨੌਜਵਾਨਾਂ ਨੂੰ ਸ਼ਸਤਰ ਟ੍ਰੇਨਿੰਗ ਦੇਣੀ ਜ਼ਰੂਰੀ ਹੈ, ਜਿਸ ਵਾਸਤੇ ਅਕੈਡਮੀਜ਼ ਵੀ ਹੋਣੀਆਂ ਚਾਹੀਦੀਆਂ ਨੇ, ਸ਼ੂਟਿੰਗ ਰੇਂਜਸ ਵੀ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਗੱਤਕਾ ਅਕੈਡਮੀ ਦਾ ਜ਼ਿਕਰ ਜਿਹੜਾ ਹੈ ਉਹ ਵੀ ਕੀਤਾ। ਸੋ ਅਜਿਹੇ ਵਿੱਚ ਹੋ ਸਕਦਾ ਹੈ ਕਿ ਇਸ ਬਿਆਨ ਨੂੰ ਕੁਝ ਮਿੰਟਾਂ ਦੇ ਵਿੱਚ ਤੋੜ ਮਰੋੜ ਕੇ ਦਿਖਾ ਦਿੱਤਾ ਜਾਏ। ਅਸੀਂ ਉਸ ਤੋਂ ਪਹਿਲਾਂ ਇੱਕ ਗੱਲਬਾਤ ਕਰਦੇ ਹੈਗੇ ਆ। ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੋਲੀਟੀਕਲ ਐਡੀਟਰ ਨੀਲ ਪਲਿੰਦਰ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ। ਨੀਲ, ਅਸੀਂ ਜ਼ਿਕਰ ਕਰ ਰਹੇ ਸੀ ਕਿ ਸ਼ਸਤਰ ਵਿਦਿਆ ਸਾਡੇ ਇਤਿਹਾਸ ਦੇ ਵਿੱਚ ਹੈ। ਗੁਰੂ ਸਾਹਿਬ ਵੀ, ਦਸਮ ਪਿਤਾ ਵੀ ਦੋ ਟੁਕੜੀਆਂ ਦੀ ਆਪਸ ਦੇ ਵਿੱਚ ਲੜਾਈ ਕਰਾਉਂਦੇ ਹੁੰਦੇ ਸੀਗੇ ਤੇ ਕਿਉਂਕਿ ਉਹਨਾਂ ਦਾ ਅਭਿਆਸ ਜਿਹੜਾ ਹੈ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਸਕੇ। ਤੇ ਅੱਜ ਜਥੇਦਾਰ ਸਾਹਿਬ ਨੇ ਵੀ ਉਹੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹੀ ਟ੍ਰੇਨਿੰਗ ਦੀ ਲੋੜ ਹੈਗੀ ਆ। ਉਹਨਾਂ ਨੇ ਸ਼ੂਟਿੰਗ ਰੇਂਜਸ ਤੱਕ ਦੀ ਗੱਲ ਕੀਤੀ ਤੇ ਜਿਹੜੀ ਵੱਡੀ ਗੱਲ ਉਹਨਾਂ ਨੇ ਇਹ ਕੀਤੀ, ਉਹਨਾਂ ਨੇ ਕਿਹਾ ਕਿ ਲੋਕ ਤਾਂ ਲੁਕ ਛੁਪ ਕੇ ਟ੍ਰੇਨਿੰਗ ਦਿੰਦੇ ਨੇ, ਪਰ ਅਸੀਂ ਸ਼ਰੇਆਮ ਟ੍ਰੇਨਿੰਗ ਦੇਵਾਂਗੇ ਆਪਣੇ ਨੌਜਵਾਨਾਂ ਨੂੰ। ਇਸ ਬਿਆਨ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ? ਕਿਉਂਕਿ ਆਉਣ ਵਾਲੇ ਮਿੰਟਾਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਬਿਆਨ ਨੂੰ ਕੋਈ ਜਾਂ ਫਿਰ ਕੋਈ ਨੈਸ਼ਨਲ ਚੈਨਲ ਤੋੜ ਮਰੋੜ ਕੇ ਦਿਖਾ ਦੇ। ਜੀ ਬਿਲकुल, देखो दो पासियां तो इस दो नुकते निगाह तो इस बयान ਨੂੰ ਦੇਖਿਆ ਜਾ ਸਕਦਾ। ਪਹਿਲਾ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਿੱਖ ਧਰਮ ਦੇ ਵਿੱਚ ਹਥਿਆਰ ਰੱਖਣਾ ਲਾਜ਼ਮੀ ਵੀ ਹੈ, ਰਵਾਇਤ ਵੀ ਹੈ। ਹਥਿਆਰਾਂ ਦੀ ਟ੍ਰੇਨਿੰਗ ਜਿਹੜੀ ਹੈਗੀ ਆ ਹਰ ਸਿੱਖ ਦੀ ਇੱਕ ਜ਼ਿੰਦਗੀ ਦਾ ਵੱਡਾ ਹਿੱਸਾ ਸ਼ੁਰੂ ਤੋਂ ਰਿਹਾ ਹੈ ਜੀ। ਇੱਕ ਤਾਂ ਜਿਸ ਨੂੰ ਕਿ ਜਥੇਦਾਰ ਸਾਹਿਬ ਨੇ ਅੱਗੇ ਤੋਰਦਿਆਂ ਕਿਹਾ ਹੈ ਕਿ ਅੱਜ ਵੀ ਸਿੱਖ, ਉਹਨਾਂ ਨੇ ਗੱਲ ਇੱਦਾਂ ਸ਼ੁਰੂ ਕੀਤੀ ਹੈ ਕਿ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਨੇ, ਉਹ ਸਿੱਖੀ ਨਾਲ ਜੁੜਨ ਤੇ ਸਿੱਖੀ ਦਾ ਹੀ ਇੱਕ ਉਹਨਾਂ ਨੇ ਖਡੂਰ ਸਾਹਿਬ 'ਚ ਮੱਲ ਅਖਾੜੇ ਪਾਤਸ਼ਾਹੀ ਵੱਲੋਂ ਜਿਹੜੇ ਸ਼ੁਰੂ ਕੀਤੇ ਗਏ ਹੋਣ ਤੋਂ ਹਵਾਲਾ ਲੈਂਦੇ ਹੋਏ ਫਿਰ ਜਿਵੇਂ ਅੱਗੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਤੋਂ ਮੀਰੀ ਪੀਰੀ ਦੀ ਗੱਲ ਕਰਦੇ ਹੋਏ ਦਸਮ ਪਾਤਸ਼ਾਹ ਤੱਕ ਗਏ, ਤਾਂ ਉਸ ਨੂੰ ਅੱਗੇ ਤੋਰਦਿਆਂ ਕਿਹਾ ਕਿ ਅੱਜ ਸਮਾਂ ਮਾਡਰਨ ਹਥਿਆਰਾਂ ਦਾ ਹੈ। ਲਾਇਸੈਂਸੀ ਮਾਡਰਨ ਹਥਿਆਰ ਜਿਹੜੇ ਨੇ ਉਹ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਹਥਿਆਰ ਨਹੀਂ, ਲਾਇਸੈਂਸੀ ਮਾਡਰਨ ਹਥਿਆਰ ਜਿਹੜੇ ਕਿ ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਇਹੀ ਬਿਆਨ ਦਿੱਤਾ ਸੀ, ਜਿਸ ਤੇ ਵੀ ਤੁਸੀਂ ਬਿਲਕੁਲ ਕਿਹਾ ਕਿ ਵੱਖੋ ਵੱਖਰੇ ਤਰ੍ਹਾਂ ਦੇ ਪ੍ਰਤੀਕਰਮ ਤੋੜ ਮਰੋੜ ਕੇ ਵੀ ਪੇਸ਼ ਕੀਤਾ ਗਿਆ ਬਿਆਨ ਨੂੰ ਜੀ। ਇੱਕ ਤਾਂ ਇਹ ਪਹਿਲੂ ਹੈ ਇਸ ਗੱਲ ਦਾ ਕਿ ਉਹਨਾਂ ਨੇ ਸਿੱਖ ਧਰਮ ਚੋਂ ਹੀ ਹਵਾਲਾ ਲੈ ਕੇ ਕਿਹਾ ਕਿ ਅੱਜ ਉਸੇ ਪਰੰਪਰਾ ਨੂੰ, ਸਿੱਖ ਪਰੰਪਰਾ ਨੂੰ, ਹਥਿਆਰਾਂ ਬਾਰੇ ਸਿੱਖ ਪਰੰਪਰਾ ਨੂੰ ਸਿੱਖ ਨੌਜਵਾਨ ਨਾ ਸਿਰਫ ਸਿੱਖੀ ਨਾਲ ਜੁੜਨ ਤੇ ਬਲਕਿ ਹਥਿਆਰ ਵਿਦਿਆ, ਸ਼ਸਤਰ ਵਿਦਿਆ ਜਿਹੜੀ ਹੈ ਉਹ ਵੀ ਗ੍ਰਹਿਣ ਕਰਨ। ਤੇ ਅੱਗੇ ਤੁਰਦਿਆਂ ਅੱਗੇ ਕਿਹਾ ਉਹਨਾਂ ਨੇ ਕਿਉਂਕਿ ਅੱਜ ਮਾਡਰਨ ਹਥਿਆਰ ਨੇ, ਇਸ ਲਈ ਸ਼ੂਟਿੰਗ ਰੇਂਜ ਖੋਲੀਆਂ ਜਾਣ, ਸ਼ੂਟਿੰਗ ਰੇਂਜ ਖੋਲ ਕੇ ਉਹਨਾਂ 'ਚ ਟ੍ਰੇਨਿੰਗ ਦਿੱਤੀ ਜਾਏ। ਇੱਕ ਤਾਂ ਇਹ ਪਹਿਲੂ ਹੈ ਪੁਨੀਤ ਜੀ। ਦੂਜਾ ਪਹਿਲੂ ਰਾਜਨੀਤਿਕ ਹੈ। ਰਾਜਨੀਤਿਕ ਪਹਿਲੂ ਇਹ ਹੈ ਕਿ ਪੰਜਾਬ 'ਚ ਨਵੀਂ ਸਰਕਾਰ ਦੇ ਆਉਂਦਿਆਂ ਹੀ ਲਗਾਤਾਰ ਹੱਤਿਆਵਾਂ ਹੋ ਰਹੀਆਂ ਨੇ। ਕਬੱਡੀ ਖਿਡਾਰੀਆਂ ਦੇ ਕਤਲ ਹੋਏ ਤੇ ਸਭ ਤੋਂ ਵੱਡਾ ਕਤਲ ਜਿਹੜਾ ਹੈਗਾ ਉਹ ਸਿੱਧੂ ਮੂਸੇਵਾਲਾ ਦਾ ਹੋਇਆ ਹੈ, ਤੇ ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਇਹ ਸੰਦੇਸ਼ ਗਿਆ ਹੈ ਕਿ ਪੰਜਾਬ 'ਚ ਲੋਕ ਸੁਰੱਖਿਅਤ ਨਹੀਂ, ਤੇ ਜਿਸ ਦੀ ਜ਼ਿੰਮੇਵਾਰ ਸਿੱਧੇ ਜਾਂ ਸਿੱਧੇ ਤੌਰ ਤੇ ਸਰਕਾਰ ਦੀ ਉਹ ਨੀਤੀ ਹੈ ਜਿਸ ਨੀਤੀ ਤਹਿਤ ਸਰਕਾਰ ਨੇ ਆਉਂਦੇ ਹੀ ਨਾ ਸਿਰਫ VVIPs ਜਾਂ ਅੰਡਰ ਥ੍ਰੈਟ ਕਿਸੇ ਵੀ ਪੱਧਰ ਦਾ ਕੋਈ ਨਾਗਰਿਕ ਉਹਦੀ ਸੁਰੱਖਿਆ ਵਾਪਸ ਲੈਣੀ ਤਾਂ ਸ਼ੁਰੂ ਕੀਤੀ, ਨਾਲ ਹੀ ਉਸ ਨੂੰ ਜਨਤਕ ਕਰਨਾ ਵੀ ਸ਼ੁਰੂ ਕੀਤਾ। ਅੱਗੇ ਆਪਾਂ ਪਿਛਲੀਆਂ ਸਰਕਾਰਾਂ ਦੌਰਾਨ ਦੇਖੋ, ਤੁਸੀਂ ਵੀ ਪਿਛਲੀਆਂ 5-6 ਸਰਕਾਰਾਂ ਦੇਖੀਆਂ ਨੇ ਜੀ, ਆਪਾਂ ਕਦੇ ਨਹੀਂ ਇਸ ਤਰ੍ਹਾਂ ਸੁਣਿਆ ਸੀ ਕਿ ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਸ ਦੀ ਸੁਰੱਖਿਆ ਵਾਪਸ ਹੋਈ ਹੈ, ਕਿਸ ਦੀ ਘਟਾਈ ਹੈ, ਕਿਸ ਦੀ ਵਧਾਈ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੀ ਕਿ ਮੀਡੀਆ ਨੂੰ ਪਰੋਸ ਕੇ ਖਬਰ ਦਿੱਤੀ ਜਾਂਦੀ ਹੈ ਕਿ ਅਸੀਂ ਉਸ ਦੀ ਸੁਰੱਖਿਆ ਘਟਾ ਦਿੱਤੀ ਹੈ, ਉਸ ਦੀ ਵਾਪਸ ਲੈ ਲਈ ਹੈ, ਉਸ ਕੋਲ ਪਹਿਲਾਂ ਇੰਨੇ ਸੀ ਹੁਣ ਇੰਨੇ ਨੇ, ਉਸ ਕੋਲ ਇੰਨੀਆਂ ਗੱਡੀਆਂ ਸੀ ਹੁਣ ਇੰਨੀਆਂ ਰਹਿ ਗਈਆਂ ਨੇ, ਉਸ ਕੋਲ ਪਹਿਲਾਂ ਕਮਾਂਡੋ ਸੀ ਹੁਣ ਇਹ ਰਹਿ ਗਏ ਨੇ, ਉਸ ਕੋਲ ਇਸ ਪੱਧਰ ਦੇ ਹਥਿਆਰਾਂ ਵਾਲੇ ਜਿਹੜੇ ਸੁਰੱਖਿਆ ਬਲ ਸੀ। ਬਰੀਕੀ ਨਾਲ ਜਿਹੜੀ ਚੀਜ਼ਾਂ ਜਿਹੜੀਆਂ ਨੇ ਮੀਡੀਆ ਨੂੰ ਦੇ ਕੇ ਜਨਤਕ ਕੀਤੀਆਂ ਜਾਂਦੀਆਂ ਨੇ ਜੀ। ਇੱਥੋਂ ਫਿਰ ਰਾਜਨੀਤਿਕ ਪਹਿਲੂ ਸ਼ੁਰੂ ਹੁੰਦਾ ਜਥੇਦਾਰ ਸਾਹਿਬ ਦੇ ਜਿਹੜਾ ਇਸ ਗੱਲ ਦਾ ਕਿ ਉਹ ਕਿਤੇ ਨਾ ਕਿਤੇ ਜਦੋਂ ਉਹਨਾਂ ਨੇ ਪਿਛਲੀ ਵਾਰ ਬਿਆਨ ਦਿੱਤਾ ਸੀਗਾ, ਤੁਹਾਨੂੰ ਯਾਦ ਹੋਏਗਾ, ਉਹ ਉਹਨਾਂ ਦਿਨਾਂ 'ਚ ਹੀ ਲਗਭਗ ਦਿੱਤਾ ਸੀ ਜਦੋਂ ਮੂਸੇਵਾਲਾ ਦਾ ਹੱਤਿਆਕਾਂਡ ਹੋਇਆ ਹੈ ਜੀ। ਤਾਂ ਜਿਸ ਤੋਂ ਮਤਲਬ ਹੈ ਕਿ ਉਹ ਇਹੀ ਕਹਿਣਾ ਚਾਹ ਰਹੇ ਨੇ, ਜੇ ਆਪਾਂ ਜਰਨਲਿਸਟਿਕ ਐਂਗਲ ਤੋਂ ਇਹਨੂੰ ਦੇਖੀਏ, ਕਿ ਪੰਜਾਬ ਵਿੱਚ ਜਨਮਾਨਸ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਹੈ, ਪਰ ਕਿਉਂਕਿ ਉਹ ਸਿੱਖ ਕੌਮ ਦੇ ਜਿਹੜੇ ਨੇ ਆਪਾਂ ਨੁਮਾਇੰਦੇ ਕਹਿ ਸਕਦੇ ਹਾਂ, ਜਥੇਦਾਰ ਨੇ। ਆਪਾਂ ਵੈਸੇ ਤਾਂ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਪਰ ਆਪਾਂ ਚਲੋ ਸਿੱਖੀ ਨਾਲ ਜੋੜ ਕੇ ਹੀ ਦੇਖਦੇ ਹਾਂ। ਤਾਂ ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਨੂੰ ਆਪਣੀ ਸੁਰੱਖਿਆ ਆਪ ਕਰਨੀ ਚਾਹੀਦੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਜਥੇਦਾਰ ਸਾਹਿਬ ਦੀ ਵੀ ਸੁਰੱਖਿਆ ਵਾਪਸ ਲੈ ਲਈ ਗਈ। ਕੇਂਦਰ ਨੇ Z+ ਸੁਰੱਖਿਆ ਦਿੱਤੀ ਪਿਛਲੇ 4-5 ਦਿਨ ਪਹਿਲਾਂ,
ਜੋ ਕਿ ਵਾਪਸ ਕਰ ਲਈ ਗਈ। ਫਿਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਜਾਂਦੇ ਨੇ, ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਮੁੱਖ ਮੰਤਰੀ ਸਾਹਿਬ ਖੁਦ ਵੱਡੀ ਪੱਧਰ ਦੇ ਉੱਤੇ ਸੁਰੱਖਿਆ ਅਮਲੇ 'ਚ ਘਿਰ ਕੇ ਬੈਠੇ ਹੋਏ ਸੀ ਉੱਥੇ। ਤੇ ਇਹ ਵੀ ਗੱਲ ਆਈ ਜਦੋਂ ਕੇਂਦਰ ਨੇ Z+ ਸੁਰੱਖਿਆ ਸੁਰੱਖਿਆ ਦਿੱਤੀ ਜਥੇਦਾਰ ਸਾਹਿਬ ਨੂੰ, ਤਾਂ ਸਿੱਖਾਂ ਵੱਲੋਂ SGPC ਪ੍ਰਧਾਨ ਵੱਲੋਂ ਜਾਂ ਹੋਰ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਵਾਪਸ ਕਰਨ ਦੀ ਗੱਲ ਕਿ ਅਸੀਂ ਨਹੀਂ ਲੈਣੀ। ਕਿਹਾ ਗਿਆ ਕਿ ਸਿੱਖ ਸਮਰੱਥ ਨੇ ਆਪਣੇ ਕੌਮ ਦੇ ਆਗੂਆਂ ਦੀ ਸੁਰੱਖਿਆ ਕਰਨ ਦੇ। ਹੁਣ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਕਿ ਕੁੱਲ ਮਿਲਾ ਕੇ ਸਿੱਧੇ ਤੌਰ ਦੇ ਉੱਤੇ ਇਹ ਪੰਜਾਬ ਸਰਕਾਰ ਦੇ ਨੂੰ ਵੱਡਾ ਚੈਲੰਜ ਰਾਜਨੀਤਿਕ ਤੌਰ ਤੇ ਵੱਡਾ ਹਮਲਾ ਹੈ। ਜੇਕਰ ਪੰਜਾਬ 'ਚ ਇਸ ਤਰ੍ਹਾਂ ਸ਼ੂਟਿੰਗ ਰੇਂਜ ਖੁੱਲਦੀਆਂ ਨੇ, ਭਾਵੇਂ ਗੱਲ ਪਰੰਪਰਾ 'ਚੋਂ ਆਈ ਹੈ, ਸਿੱਖ ਪਰੰਪਰਾ 'ਚੋਂ ਆਈ ਹੈ, ਤਾਂ ਇਹ ਕਿਤੇ ਨਾ ਕਿਤੇ ਸਰਕਾਰ ਦੇ ਪੈਰਲਲ ਇੱਕ ਸਰਕਾਰ ਜਿਹੜੀ ਹੈ ਇੱਕ ਸੁਰੱਖਿਆ ਵਿਵਸਥਾ ਖੜੀ ਹੁੰਦੀ ਹੈ, ਜਿਹੜੀ ਕਿ ਲਾਇਸੈਂਸੀ ਹਥਿਆਰਾਂ ਦੇ ਨਾਲ ਆਪਣੀ ਸੁਰੱਖਿਆ ਜਿਹੜੀ ਆਪ ਕਰਨ ਵੱਲ ਤੁਰੇਗੀ। ਜੀ ਨੀਲ, ਇੱਕ ਗੱਲ ਹੋਰ ਵੀ ਹੈ ਕਿ ਇੱਕ ਸੈਕੂਲਰ ਇਮੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਅੱਜ ਕੱਲ੍ਹ ਹਰ ਪੋਲੀਟੀਕਲ ਪਾਰਟੀ ਵੱਲੋਂ ਕੀਤੀ ਜਾਂਦੀ ਹੈ। ਭਾਵੇਂ ਹੁਣ ਮੁੜ ਤੋਂ ਵਾਪਸ ਪੰਥਕ ਮੁੱਦਿਆਂ ਦੇ ਵੱਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਕਲ ਕੇ ਸਾਹਮਣੇ ਆਉਣਾ ਪਏਗਾ, ਕਿਉਂਕਿ ਉਹਨਾਂ ਕੋਲ ਹੁਣ ਕੋਈ ਹੋਰ ਆਪਸ਼ਨ ਬਚੀ ਨਹੀਂ ਹੈਗੀ। ਪਰ ਅਜਿਹੇ ਵਿੱਚ ਜਦੋਂ ਸੈਕੂਲਰ ਇਮੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ, ਕੋਈ ਕਿਸੇ ਪਾਰਟੀ ਵੱਲੋਂ ਪਰਸਨਲ ਤੌਰ ਤੇ ਨਿੱਜੀ ਤੌਰ ਤੇ ਇਸ ਤਰ੍ਹਾਂ ਦੇ ਗੱਲ ਦੀ, ਇਸ ਤਰ੍ਹਾਂ ਦੇ ਬਿਆਨ ਦੀ ਹਿਮਾਇਤ ਜਿਹੜੀ ਉਹ ਨਹੀਂ ਕੀਤੀ ਜਾਂਦੀ ਹੈਗੀ। ਕੀ ਕਿਸੇ ਪਾਰਟੀ ਦੀ ਹਾਂ ਹਾਈ ਹੈ ਕਦੀ ਕੋਈ ਇਸ ਤਰ੍ਹਾਂ ਦੀ ਅਕੈਡਮੀ ਨੂੰ ਲੈ ਕੇ, ਕਦੀ ਕਿਸੇ ਸਿਆਸੀ ਪਾਰਟੀ ਨੇ ਇਸ ਤਰ੍ਹਾਂ ਦੀ ਡਿਬੇਟ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ? ਦੇਖੋ, ਸ਼੍ਰੋਮਣੀ ਅਕਾਲੀ ਦਲ ਤਾਂ ਸ਼ੁਰੂ ਤੋਂ ਹੀ ਜੋ ਵੀ ਜਥੇਦਾਰ ਅਕਾਲ ਤਖਤ ਸਾਹਿਬ ਕਹਿੰਦੇ ਨੇ ਉਹਨੂੰ ਮਤਲਬ ਕਿਸੇ ਵੀ ਬਿਨਾਂ ਸਵਾਲ ਕੀਤੇ ਉਹਨਾਂ ਦੀ ਹਮਾਇਤ ਹੀ ਹੁੰਦੀ ਹੈ ਜੀ। ਤਾਂ ਕਾਂਗਰਸ ਨੇ ਕਦੇ ਵੀ, ਕਾਂਗਰਸ ਦੀ ਤਾਂ ਪਤਾ ਸਿਆਸੀ ਲਾਈਨ ਹੈ, ਉਹ ਕਦੇ ਵੀ ਇਸ ਦੀ ਹਮਾਇਤ ਨਹੀਂ ਕਰ ਸਕਦੀ। ਪਰ ਇੱਕ ਵੱਡੀ ਗੱਲ ਹੈ ਕਿ ਕਾਂਗਰਸ ਕਈ ਵਾਰ ਚੁੱਪ ਰਹਿੰਦੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਚੁੱਪ ਰਹਿੰਦੇ ਰਹੇ ਨੇ, ਐਸੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਚੁੱਪ ਰਹਿੰਦੇ ਰਹੇ ਨੇ ਜੀ। ਤੇ ਆਮ ਆਦਮੀ ਪਾਰਟੀ ਦੇ ਕੋਲ ਹੁਣ ਕਿੰਨੀ ਕੁ ਪੋਲੀਟੀਕਲ ਵਿਜ਼ਡਮ ਹੈ ਕਿ ਉਹ ਕਿਸ ਤਰ੍ਹਾਂ ਡੀਲ ਕਰ ਪਾਉਂਦੀ ਹੈ ਇਸ ਨਾਜ਼ੁਕ ਗੱਲ ਨੂੰ ਜੀ। ਤੇ ਉਹ ਬੜਾ ਵੱਡਾ ਸਵਾਲ ਜਿਹੜਾ ਹੈ ਉਹ ਦੇਖਣ ਨੂੰ ਹੈ ਕਿ ਇਹਦਾ ਕੀ ਨਤੀਜਾ ਨਿਕਲੇਗਾ। ਨੀਲ, ਅਸੀਂ ਨੌਜਵਾਨਾਂ ਨੂੰ ਵੀ ਇਹੀ ਕਵਾਂਗੇ ਕਿ ਇਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਬਿਲਕੁਲ ਉਸੇ ਤਰ੍ਹਾਂ ਲੈਣ, ਸੰਜੀਦਗੀ ਦੇ ਨਾਲ ਲੈਣ, ਜ਼ਹੀਨਤਾ ਦੇ ਨਾਲ ਲੈਣ, ਕਿਉਂਕਿ ਇਹ ਸੋਚਣ ਕਿ ਜਥੇਦਾਰ ਸਾਹਿਬ ਨੇ ਕਹਿਤਾ ਕਿ ਹੁਣ ਸਾਰੇ ਹਥਿਆਰ ਰੱਖੋ ਤੇ ਲਾਇਸੈਂਸੀ ਹਥਿਆਰ ਰੱਖੋ, ਇਸ ਦੇ ਪਿੱਛੇ ਬੜੇ ਪ੍ਰੋਸੀਜਰਸ ਹੁੰਦੇ ਨੇ, ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਲਾਅ ਐਂਡ ਆਰਡਰ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇੱਕ ਆਖਰੀ ਸਵਾਲ ਲਵਾਂਗੇ ਤੁਹਾਡੇ ਤੋਂ। ਇੱਕ ਲਲਕਾਰ ਜਿਹੜੀ ਹੈ ਉਹ ਵੀ ਸੁਣੀ, ਕਿਉਂਕਿ ਜਦੋਂ ਜਥੇਦਾਰ ਸਾਹਿਬ ਗੱਲ ਕਰਦੇ ਨੇ, ਜਦੋਂ ਕਿਤੋਂ ਸੰਦੇਸ਼ ਦਿੰਦੇ ਨੇ, ਤੇ ਲਲਕਾਰ ਅਕਸਰ ਸੁਣੀ ਜਾਂਦੀ ਹੈਗੀ ਆ। ਉਹਨਾਂ ਨੇ ਕਿਹਾ ਕਿ ਮੈਂ ਪੁੱਛਿਆ ਸਰਕਾਰ ਤੋਂ ਕਿ ਇਹਨਾਂ ਸੁਰੱਖਿਆ ਘੇਰਾ ਕਿਉਂ, ਤੇ ਅੱਗੋਂ ਕਹਿੰਦੇ ਆ ਕਿ ਬਈ ਅੱਗੋਂ ਜਵਾਬ ਆਇਆ ਕਿ ਸਿੱਖਾਂ ਦੀ ਸੁਰੱਖਿਆ ਨੂੰ, ਤੇ ਅੱਗੋਂ ਉਹਨਾਂ ਨੇ ਕਿਹਾ ਵੀ ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੁੰਦੀ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ। ਕਿੱਦਾਂ ਲੈਂਦੇ ਹੋ ਇਸ ਬਿਆਨ? ਜੀ ਬਿਲਕੁਲ ਇਹ ਵੀ ਇੱਕ ਤਰ੍ਹਾਂ ਨਾਲ ਇਸ਼ਾਰਾ ਹੈ। ਦੇਖੋ, ਜਿੰਨਾ ਮੈਂ ਸਾਰੀਆਂ ਚੀਜ਼ਾਂ ਨੂੰ ਮੈਂ ਜਰਨਲਿਸਟਿਕ ਤੌਰ ਤੇ ਵੇਖਦਾ ਜੀ, ਕਿਉਂਕਿ ਜਦੋਂ ਤੋਂ ਪੰਜਾਬ 'ਚ ਸਿਆਸੀ ਤੌਰ ਤੇ ਉਥਲ-ਪੁਥਲ ਹੋਈ ਹੈ, ਰਵਾਇਤੀ ਪਾਰਟੀਆਂ ਨੁੱਕਰੇ ਲੱਗ ਗਈਆਂ ਤੇ ਇੱਕ ਨਵੀਂ ਪਾਰਟੀ ਜਿਹੜੀ ਜਿਸਨੇ ਕਿ ਨਿਰੋਲ ਵਿਕਾਸ ਦੇ ਨਾਮ ਦੇ ਉੱਤੇ ਚੋਣ ਲੜੀ ਹੈ, ਜਾਂ ਗਰੰਟੀਆਂ ਦੇ ਨਾਮ ਦੇ ਉੱਤੇ ਚੋਣ ਲੜੀ ਹੈ, ਜਾਂ ਫਿਰ ਬਹੁਤ ਵੱਡੇ ਐਸੇ ਵਾਅਦੇ ਕਰਕੇ ਚੋਣ ਲੜੀ ਹੈ ਜੋ ਸ਼ਾਇਦ ਪੂਰੇ ਨਹੀਂ ਹੋਣੇ ਤੇ ਜਨਾਬ ਪੂਰੇ ਹੁੰਦੇ ਦਿਖ ਰਹੇ ਨੇ। ਤਾਂ ਉਸ ਤੋਂ ਬਾਅਦ ਇਹ ਵੰਗਾਰ ਹੈ ਇੱਕ ਤਰ੍ਹਾਂ ਨਾਲ ਕਿ ਸਾਨੂੰ ਤੁਹਾਡੇ ਤੋਂ ਕੋਈ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੀ, ਅਸੀਂ ਤੁਹਾਨੂੰ ਇੱਕ ਤਰ੍ਹਾਂ ਦਾ ਚੈਲੰਜ ਹੈ ਇਹ ਜਿਹੜਾ ਕਿਹਾ ਕਿ ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੁੰਦੀ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ। ਮੈਂ ਸਿਆਸੀ ਤੌਰ ਦੇ ਉੱਤੇ ਜਾਂ ਜਰਨਲਿਸਟਿਕ ਤੌਰ ਤੇ ਵੇਖਦਾ ਕਿ ਇਹ ਸਿੱਧਾ ਇਸ਼ਾਰਾ ਹੈ ਸਰਕਾਰ ਨੂੰ, ਨਿਜ਼ਾਮ ਨੂੰ ਇਸ਼ਾਰਾ ਹੈ ਕਿ ਸਾਡੇ ਤੋਂ ਸੁਰੱਖਿਆ ਦੀ ਲੋੜ ਹੈ। ਹੁਣ ਉਹ ਭਾਵੇਂ ਪੋਲੀਟੀਕਲ ਸੁਰੱਖਿਆ ਹੋਵੇ, ਪੋਲੀਟੀਕਲ ਸੁਰੱਖਿਆ ਸਮਝ ਪਾ ਰਹੇ ਹੋ ਨਾ ਜੀ। ਸਾਨੂੰ ਤੁਸੀਂ ਇਹ ਨਾ ਸਮਝੋ ਕਿ ਅਸੀਂ ਨੁੱਕਰੇ ਲੱਗ ਗਏ ਹਾਂ, ਜਾਂ ਪੰਥਕ ਵੋਟ ਬੈਂਕ ਜਿਹੜਾ ਨੁੱਕਰੇ ਲੱਗ ਗਿਆ ਹੈ, ਜਾਂ ਸਿੱਖ ਮੁੱਦੇ ਖਤਮ ਹੋ ਗਏ ਨੇ, ਜਾਂ 1984 ਦਾ ਜਿਹੜਾ ਜੋ ਵੀ ਹੈ ਸਾਰਾ ਇਹ ਖਤਮ ਹੋ ਗਿਆ ਹੈ। ਇਸ ਵੇਦਨਾ ਚੋਂ ਸਿੱਖ ਨਿਕਲ ਗਏ ਨੇ। ਉਹ ਕਿਤੇ ਨਾ ਕਿਤੇ ਉਸਦੇ ਡੀਪ ਰੂਟਡ ਮੀਨਿੰਗ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨਿਕਲਦੇ ਨੇ ਜੀ। ਇਸ ਪੂਰੀ ਗੱਲਬਾਤ ਦੇ ਲਈ ਤੁਹਾਡਾ ਧੰਨਵਾਦ। ਸੋ ਸਾਡੇ ਨਾਲ ਨੀਲ ਪਲਿੰਦਰ ਸਾਡੇ ਸਹਿਯੋਗੀ ਮੌਜੂਦ ਸਨ। ਸੋ ਇੱਕ ਗੱਲ ਨੂੰ ਫੜ ਕੇ ਖਿੱਚੀ ਜਾਣਾ, ਇੱਕ ਗੱਲ ਨੂੰ ਫੜ ਕੇ ਉਸ ਦਾ ਕੁਝ ਹੋਰ ਬਣਾ ਦੇਣਾ, ਇਹ ਅਕਸਰ ਖਬਰੀਆ ਚੈਨਲ ਜਿਹੜੇ ਨੇ ਉਹ ਕਰਦੇ ਹੈਗੇ ਨੇ। ਅਜਿਹਾ ਨਹੀਂ ਕਰਨਾ। ਜੇ ਕੋਈ ਬਿਆਨ ਆਇਆ ਹੈ ਉਸ ਨੂੰ ਸੈਂਸਿਬਲੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੇ ਅੱਜ ਬਿਆਨ ਆਇਆ ਹੈ ਕਿ ਅਸੀਂ ਨੌਜਵਾਨਾਂ ਨੂੰ ਸ਼ਰੇਆਮ ਟ੍ਰੇਨਿੰਗ ਦੇਵਾਂਗੇ, ਤੇ ਉਸ ਦਾ ਮਤਲਬ ਸਿਰਫ ਇਹ ਹੈ ਕਿ ਉਹਨਾਂ ਨੂੰ ਗਾਈਡਡ ਰਹਿਣਾ ਚਾਹੀਦਾ ਹੈ ਇੱਕਦਮ ਸਹੀ ਡਾਇਰੈਕਸ਼ਨ ਦੇ ਵਿੱਚ। ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਕੋਈ ਗੱਲ ਆ ਜਾਏ ਤੇ ਉਹਨਾਂ ਨੇ ਆਪਣੀ ਡਿਫੈਂਸ ਕਿੱਦਾਂ ਕਰਨੀ ਹੈਗੀ। ਤੇ ਸੈਲਫ ਡਿਫੈਂਸ ਨੂੰ ਲੈ ਕੇ ਸਾਡੇ ਲਾਅ ਦੇ ਵਿੱਚ ਵੀ ਬੜੇ ਸਾਰੇ ਪ੍ਰੋਵੀਜ਼ਨਸ ਤੇ ਬੜੇ ਸਾਰੇ ਰੂਲਸ ਰੈਗੂਲੇਸ਼ਨਸ ਜਿਹੜੇ ਨੇ ਉਹ ਹੈਗੇ ਨੇ। ਸੋ ਅਜਿਹੇ ਵਿੱਚ ਅਸੀਂ ਇੰਨੀ ਗੱਲ ਜ਼ਰੂਰ ਕਵਾਂਗੇ ਕਿ ਪੰਥ ਦੇ ਨਾਲ ਜਿਹੜਾ ਸੰਦੇਸ਼ ਆਇਆ ਉਸ ਨੂੰ ਧਿਆਨ ਨਾਲ ਸੁਣੋ,
ਸਿੰਗਲ ਮਾਈਂਡਡ ਹੋ ਕੇ ਨਾ ਸੁਣੋ, ਹਰ ਐਸਪੈਕਟ ਜਿਹੜਾ ਹੈ ਉਹ ਦੇਖਿਆ ਕਰੋ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਮੇਨਟੇਨ ਰਹੇ।